ਹੁਣ ਇਹ ਦਵਾਈ ਜਿਹੜੀ ਕਿ ਜੇ ਲਗਾਤਾਰ ਲਈ ਜਾਏ ਤਾਂ ਅਜਿਹਾ ਇਹ ਨਸ਼ਾ ਕਰ ਦੇਗੀ ਜਿਸ ਵਿੱਚ ਬੜੀ ਭੈੜੀ ਮੌਤ ਮਰਦਾ ਜੇ ਬੰਦਾ। ਯਾਨੀ ਉਹਨੂੰ ਖੂਨ ਵਗਣਾ ਸ਼ੁਰੂ ਹੋ ਸਕਦਾ, ਹੱਥਾਂ ਪੈਰਾਂ ਤੇ ਸੋਜ਼ਿਸ਼ ਹੋ ਸਕਦੀ ਹੈ, ਦਿਮਾਗ 'ਚ ਸੋਜ਼ਿਸ਼ ਹੋ ਸਕਦੀ ਹੈ। ਉਹਨੂੰ ਕਿਉਂ ਤੁਸੀਂ ਇਸ ਤਰੀਕੇ ਸਾਡੇ ਹੀ ਗੱਭਰੂਆਂ ਨੂੰ, ਸਾਡੇ ਬੱਚਿਆਂ ਨੂੰ, ਸਕੂਲੀ ਬੱਚਿਆਂ ਨੂੰ ਨਸ਼ੇ ਵੱਲ ਲਾ ਰਹੇ ਹੋ? ਥੋੜੇ ਜਿਹੇ ਸਮੇਂ ਲਈ ਇਹ ਪੈਸਾ ਇਕੱਠਾ ਕਰਨਾ, ਦੇਖੋ ਹਰਾਮ ਦਾ ਪੈਸਾ ਤਾਂ ਜਾਂਦਾ ਵੀ ਉਸੇ ਤਰ੍ਹਾਂ ਜੀ। ਸੋ ਇਹਦਾ ਮਤਲਬ ਹੈ ਕਿ ਉਹਨਾਂ ਦੇ ਆਪਣੇ ਬੱਚੇ ਵੀ ਕਿਸੇ ਨਾ ਕਿਸੇ ਰਾਹੀਂ ਇਹ ਗਲਤ ਰਾਹ ਤੁਰਨ। ਜੇ ਇਹ ਦਾਵਾ ਕਰਦੇ ਆ ਕਿ ਸਾਡਾ ਪੰਜਾਬ ਆ ਪਿਛੋਕੜ ਸੀ, ਸਿਰ ਵਾਰਨ ਵਾਲੇ ਸੀ, ਸਭ ਕੁਝ ਸੀ, ਤਾਂ ਉਸ ਪਿਛੋਕੜ ਤੋਂ, ਉਸ ਮਾਣ ਮੱਤੇ ਇਤਿਹਾਸ ਤੋਂ ਇਸ ਗਿਰਾਵਟ ਵੱਲ ਆਖਰ ਕੌਣ ਲਿਜਾ ਰਿਹਾ? ਤਾਂ ਕਿਉਂ ਨਾ ਉਹਨਾਂ ਦੀ ਉਮੀਦ ਹੋਵੇ ਕਿ ਅਸੀਂ ਇੱਥੇ ਚੀਫ ਮਿਨਿਸਟਰ ਬਣਨਾ। ਸੋ ਸਾਡੇ ਮੁੱਖ ਮੰਤਰੀ ਸਾਹਿਬ ਜੀ ਰਤਿਕ ਧਿਆਨ ਦਿਓ। ਸਾਡੇ ਬਹੁਤ ਸੂਝਵਾਨ ਮੰਤਰੀ ਨੇ ਜਿਨ੍ਹਾਂ ਸਾਰਿਆਂ ਨੂੰ ਕੰਨ ਹੋਣੇ ਚਾਹੀਦੇ। ਤੇ ਫਿਰ ਅਸੀਂ ਕੀ ਅੱਗੋਂ ਉਹਨਾਂ ਤੋਂ ਪਾਲਦੇ ਹਾਂ ਕਿ ਇਹ ਅੱਗੋਂ ਪੈਦਾ ਕਰ ਸਕਣ, ਯੋਗ ਰਹਿ ਵੀ ਜਾਣਗੇ ਅਗਲੀ ਪੁਸ਼ਤ ਲਈ। ਤੇ ਜੇ ਨਹੀਂ, ਫਿਰ ਤੁਹਾਨੂੰ ਕਿਉਂ ਸਮਝ ਕਿਸੇ ਨੂੰ ਨਹੀਂ ਆ ਰਹੀ ਕਿ ਪੰਜਾਬ ਚੱਲਿਆ ਜੇ, ਮੁੱਕ ਚੱਲਿਆ ਜੇ, ਸਿਵਿਆਂ ਦੇ ਰਾਹ ਹੈ, ਜਿੱਥੇ ਹਰ ਜਣਾ, ਤੁਸੀਂ ਜ਼ਰਾ ਗਿਣਤੀ ਦੇਖਿਓ ਜੋ ਕਿ ਸਾਡੇ ਨੈਸ਼ਨਲ ਰੈਕਰਡਸ ਬੋਲਦੇ ਨੇ ਕਿ ਕਿਸ ਸਾਡਾ ਪੰਜਾਬੀ ਪੁਣਾ ਤੁਰ ਗਿਆ। ਫਿਰ ਉਸ ਤੋਂ ਅੱਗੇ ਜਦੋਂ ਇਹਨਾਂ ਦੇਖਿਆ ਕਿ ਅਲੱਗ-ਅਲੱਗ ਗੁੱਟ ਵੀ ਤਗੜੇ ਹੋ ਰਹੇ ਨੇ, ਫਿਰ ਇਹਨਾਂ ਨੂੰ ਸਾਨੂੰ ਜਾਤਾਂ ਪਾਤਾਂ 'ਚ ਵੰਡ ਦਿੱਤਾ ਗਿਆ। ਬਿਲਕੁਲ ਜੀ। ਹੁਣ ਬੜਾ ਫਖਰ ਅਸੀਂ ਮਹਿਸੂਸ ਕਰਦੇ ਹਾਂ ਕਿ ਮੈਂ ਜੱਟ ਹਾਂ, ਮੈਂ ਫਲਾਣਾ, ਮੈਂ ਟਮਕਾਣਾ। ਤੇ ਫਿਰ ਉਹ ਜਿਹੜੀ ਅਸੀਂ ਸੋ ਕਾਲਡ SC BC ਕਹਿਣਾ, ਉਸੇ ਹਿਸਾਬ ਨਾਲ ਹੀ ਉਹਨੂੰ ਵੀ ਪੁੱਛ ਲਿਆ। ਬੱਚੇ ਪੜ੍ਹਦੇ ਨੇ ਵੀ ਤੁਸੀਂ ਇਹ ਕੰਮ ਕਰਦੇ ਹੋ, ਤੇ ਮੈਨੂੰ ਸੀ ਕਿ ਜੇ ਨਹੀਂ ਤੇ ਮੈਂ ਮਦਦ ਕਰਾਂ, ਪੜ੍ਹਨ ਜ਼ਰੂਰ। ਪਤਾ ਜੇ ਮੈਨੂੰ ਕੀ ਕਹਿਣ ਲੱਗਾ? बीबी जी पढ़ता है, स्कूल में जाता है, और पता है मैं उसको क्या बनाऊंगा। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਆਊ, ਤੁਸੀਂ ਜੁੜੇ ਹੋ ਰੰਗ ਪੰਜਾਬ ਦੇ YouTube ਚੈਨਲ ਦੇ ਨਾਲ। ਸੋ ਦੋਸਤੋ, ਸਾਡੇ ਰੰਗਲੇ ਪੰਜਾਬ ਦੀ ਗੱਲ ਕਰੀਏ, ਗੁਰੂਆਂ ਪੀਰਾਂ ਦੀ ਧਰਤੀ, ਇਹ ਸਾਡਾ ਸੋਹਣਾ ਰੰਗਲਾ ਪੰਜਾਬ, ਜਿੱਥੇ ਕਿ ਅੱਜ ਨਸ਼ਿਆਂ ਦਾ ਪ੍ਰਕੋਪ ਬਹੁਤ ਹੈ। ਕੁਝ ਕੁ ਗੈਰ ਕਾਨੂੰਨੀ ਨੇ ਤੇ ਕੁਝ ਕੁ ਉਹ ਨੇ ਜਿਹੜੇ ਬਣਾਏ ਸਾਡੇ ਕਿਸੇ ਨਾ ਕਿਸੇ ਫਾਇਦੇ ਵਾਸਤੇ ਨੇ, ਸਾਡੀ ਕਿਸੇ ਨਾ ਕਿਸੇ ਮਰਜ਼ ਦੇ ਲਈ, ਕਿਸੇ ਰੋਗ ਦੇ ਲਈ ਬਣਾਏ ਨੇ, ਪਰ ਸਾਡੇ ਨੌਜਵਾਨ ਉਹਨੂੰ ਮਿਸਯੂਜ਼ ਕਰਦੇ ਆ। ਤੇ ਉਹ ਕਿਹੜੇ ਹੈ, ਤੇ ਆਓ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਨੇ MD ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮੈਡਮ। ਸਤਿ ਸ਼੍ਰੀ ਅਕਾਲ। ਮੈਡਮ, ਜੇ ਦੇਖਿਆ ਜਾਵੇ ਨਾ ਜੀ, ਜਿਵੇਂ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਇਹ ਹੋਇਆ ਸੀ ਆਪਣੇ, ਜਿਵੇਂ ਆਪਾਂ ਨਸ਼ੇ ਦੀ ਗੱਲ ਕਰ ਲਈਏ, ਇੱਕ ਤਾਂ ਗੈਰ ਕਾਨੂੰਨੀ ਹੈ ਜੀ, ਤੇ ਇੱਕ ਉਹ ਨੇ ਜਿਹੜੇ ਸਾਨੂੰ ਸਰਕਾਰਾਂ ਨੇ ਇੱਕ ਦਿੱਤੇ ਸੀਗੇ ਕਿ ਕਿਸੇ ਨਾ ਕਿਸੇ ਮਰਜ਼ ਵਾਸਤੇ, ਜਿਵੇਂ ਇੱਕ ਕੋਰੈਕਸ ਦੀ ਦਵਾਈ ਆਈ ਸੀ ਜੀ ਖਾਂਸੀ ਵਾਸਤੇ, ਤੇ ਨੌਜਵਾਨ ਉਹਨਾਂ ਨੂੰ ਮਿਸਯੂਜ਼ ਕਰਨ ਲੱਗੇ ਜੀ, ਤੇ ਉਸ ਤੋਂ ਬਾਅਦ ਉਹਨੂੰ ਬੈਨ ਕਰਨਾ ਪੈ ਗਿਆ ਜੀ। ਪਰ ਅੱਜ ਜੇ ਅਸੀਂ ਗੱਲ ਕਰੀਏ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਇਸ ਬੈਲਟ ਦੇ ਵਿੱਚ ਸਿਗਨੇਚਰ ਦੀ ਜਿਹੜੀ ਬਹੁਤ ਜ਼ਿਆਦਾ ਭਰਮਾਰ ਹੈ ਜੀ, ਬਹੁਤ ਨੌਜਵਾਨ ਨੇ ਜਿਹੜੇ ਇਹਨੂੰ ਯੂਜ਼ ਕਰ ਰਹੇ ਆ ਜੀ। ਤੇ ਅਸਲ ਵਿੱਚ ਇਹ ਬਣਿਆ ਕਾਹਦੇ ਵਾਸਤੇ ਹੈ ਜੀ, ਕੀ ਹੈ ਜੀ? ਦਰਅਸਲ ਗੱਲ ਇਹ ਹੈ ਕਿ ਮੈਨੂੰ ਤਾਂ ਹੁਣ ਇਹ ਜਾਪਣ ਲੱਗ ਗਿਆ ਕਿ ਜਿੰਨੀ ਸਖਤੀ ਅਸੀਂ ਇੱਥੇ ਕਰਦੇ ਜਾ ਰਹੇ ਹਾਂ, ਉਨਾ ਹੀ ਸ਼ਾਇਦ ਨਸ਼ਾ ਵੱਧਦਾ ਜਾ ਰਿਹਾ। ਹਾਲ ਇਹ ਹੋ ਚੁੱਕਿਆ ਕਿ ਜਿਨ੍ਹਾਂ ਨੂੰ ਅਸਲ ਲੋੜ ਹੈ, ਜੋ ਕੈਂਸਰ ਦੇ ਮਰੀਜ਼ ਨੇ, ਜਿਨ੍ਹਾਂ ਤੋਂ ਪੀੜ ਬਰਦਾਸ਼ਤ ਨਹੀਂ ਹੋ ਸਕਦੀ, ਉਸ ਪੀੜ ਨੂੰ ਰੋਕਣ ਲਈ ਜੋ ਦਵਾਈ ਦੇਣੀ ਹੈ, ਉਹ ਮੁਸੀਬਤ ਇਹ ਹੈ ਕਿ ਹਰਿਆਣੇ ਤੋਂ ਲਿਆ ਕੇ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ, ਪਰ ਪੰਜਾਬ ਵਿੱਚੋਂ ਮਿਲਦੀ ਨਹੀਂ। ਯਾਨੀ ਉਹ ਤਾਂ ਪੀੜ ਨਾਲ ਤੜਫਦੇ ਮਰ ਜਾਣ, ਅਸੀਂ ਉਹਨਾਂ ਨੂੰ ਉਹ ਦਰਦ ਦੀ ਦਵਾਈ ਨਹੀਂ ਦੇ ਸਕਦੇ। ਪਰ ਜਿਹੜੀਆਂ ਹੁਣ ਉਹ ਦਵਾਈਆਂ ਜਿਹੜੀਆਂ ਸਾਡੇ ਕੋਲ ਨਸਾਂ ਦੇ, ਜਿਵੇਂ ਸੁੰਨ ਹੋ ਜਾਣਾ, ਕਿਸੇ ਨੂੰ ਹਰਪੀਜ਼ ਹੋ ਗਈ, ਜਾਂ ਕਿਸੇ ਨੂੰ ਜਿਹੜੀ ਸ਼ੂਗਰ ਦੀ ਬਿਮਾਰੀ 'ਚ ਨਸਾਂ ਦੀ ਕਮਜ਼ੋਰੀ ਹੋ ਜਾਣੀ, ਜਾਂ ਵੈਸੇ ਕੋਈ ਤੁਹਾਡੀਆਂ ਨਸਾਂ ਦੀ ਤਕਲੀਫ ਸ਼ੁਰੂ ਹੋਈ ਹੈ, ਨਸ ਦੱਬ ਰਹੀ ਹੈ, ਉਹ ਸਖਤ ਦਰਦ ਕਰਦੀ ਹੈ, ਸੋ ਉਸ ਪੀੜ ਨੂੰ ਆਰਾਮ ਲਈ ਇਹ ਇੱਕ ਦਵਾਈ ਸ਼ੁਰੂ ਹੋਈ ਸੀ ਜਿਸ ਦੀ ਕੰਪਨੀ ਦਾ ਨਾਮ ਸਿਗਨੇਚਰ ਹੈ ਜੀ। ਯਾਨੀ ਪ੍ਰੀ ਗਾਬਾ ਇਹ ਜੋ ਚੱਲ ਰਹੀ ਹੈ ਸਾਰੀ ਦਵਾਈ, ਇਹ ਹੁਣ ਮੁਸੀਬਤ ਇਹ ਹੈ ਕਿ ਜੇ ਅਸੀਂ ਇਹਨੂੰ ਲੋੜੋਂ ਵੱਧ ਲੈ ਲਈਏ ਤਾਂ ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਨਸ਼ਾ, ਹੁਣ ਜਿਹੜੇ ਬੰਦੇ ਨੇ ਮਲੱਠੀ 'ਚੋਂ ਵੀ ਨਸ਼ਾ ਕਰ ਲੈਣਾ ਤਾਂ ਉਹਨੂੰ ਕੀ ਕੁਛ ਬੈਨ ਕਰ ਲਓਗੇ? ਮਲੱਠੀ ਬੈਨ ਕਰ ਲਓਗੇ? ਕੀ ਕੁਛ ਕਰਾਂਗੇ? ਦਾਲ ਚੀਨੀ ਚੈਲੰਜ ਚੱਲ ਰਿਹਾ ਕਿ ਦਾਲ ਚੀਨੀ ਬੈਨ ਕਰ ਲਵਾਂਗੇ, ਕਿੰਨਾ ਕੁਛ ਬੈਨ ਕਰੀ ਜਾਵਾਂਗੇ। ਤੇ ਇਹ ਦਵਾਈ ਬੈਨ ਹੋਣ ਨਾਲ ਕੀ ਸਾਰੇ ਸ਼ੱਕਰ ਰੋਗੀਆਂ ਨੂੰ ਕਹਿ ਦਈਏ ਜਿਨ੍ਹਾਂ ਨੂੰ ਨਸਾਂ ਦੀ ਤਕਲੀਫ ਸ਼ੁਰੂ ਹੋਈ ਹੈ ਤੁਸੀਂ ਪੰਜਾਬ ਛੱਡ ਦਿਓ?
ਹਰਿਆਣੇ 'ਚ ਜਾ ਕੇ ਆਰਾਮ ਨਾਲ ਲੈ ਸਕਦੇ ਹੋ। ਫਿਰ ਮੈਨੂੰ ਤਾਂ ਇਹ ਵੀ ਨਹੀਂ ਸਮਝ ਆ ਰਹੀ ਕਿ ਜੇ ਆਪਾਂ ਇਕੱਲੇ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਕੈਨੇਡਾ ਦੇ ਵਿੱਚ ਕਿਉਂ ਇਹ ਅਲਾਰਮਿੰਗ ਸਿਚੁਏਸ਼ਨ ਆਈ ਹੈ ਜਿੱਥੇ ਪੰਜਾਬੀ ਮੋਹਰੀ ਨੇ ਕਿ ਉਹ ਨਸ਼ਾ ਉੱਥੇ ਵੀ ਜਾ ਕੇ ਕਰ ਰਹੇ ਨੇ। ਬਿਲਕੁਲ। ਯਾਨੀ ਮਾਂ ਦੇ ਢਿੱਡ 'ਚੋਂ ਤਾਂ ਕੋਈ ਨਸ਼ਾ ਕਰਕੇ ਨਹੀਂ ਆਉਂਦਾ, ਉੱਥੋਂ ਸਿੱਖ ਕੇ ਨਹੀਂ ਆਉਂਦਾ, ਤਾਂ ਫਿਰ ਇਸ ਨਸ਼ੇ ਵੱਲ ਕੌਣ ਤੋਰ ਰਿਹਾ ਹੈ? ਜਦੋਂ ਪਤਾ ਲੱਗਦਾ ਹੈ ਕਿ ਸਾਡੇ ਆਪਣੇ ਹੀ ਕੁਝ ਪੁਲਿਸ ਕਰਮੀ ਇਹਦੇ ਵਿੱਚ ਇਨਵੋਲਵਡ ਨੇ ਜਿਹੜੇ ਫੜਦੇ ਨੇ ਨਸ਼ਾ ਫਿਰ ਵਾਪਸ ਮਾਰਕੀਟ ਵਿੱਚ ਸੁੱਟ ਦਿੰਦੇ ਨੇ, ਤਾਂ ਕਿਹਨਾਂ ਲਈ ਸੁੱਟ ਰਹੇ ਨੇ? ਉਹ ਜਿਹੜੀਆਂ ਕਾਲੀਆਂ ਭੇਡਾਂ ਹਰ ਲੈਵਲ ਤੇ ਬੈਠੀਆਂ ਨੇ ਜਿਨ੍ਹਾਂ ਵਿੱਚ ਸਾਡੇ ਸਿਆਸਤਦਾਨਾਂ ਦੀ ਸ਼ਹਿ ਜੋ ਕਿ ਛਪ ਚੁੱਕੀਆਂ ਖਬਰਾਂ ਨੇ, ਵੀਡੀਓਜ਼ ਸਾਹਮਣੇ ਆ ਚੁੱਕੀਆਂ, ਲੋਕ ਜਿਹੜੇ ਨਸ਼ਾ ਕਰਦੇ ਨੇ ਉਹ ਦੱਸਦੇ ਨੇ ਇਹਨਾਂ ਦੀ ਸ਼ਹਿ ਤੇ ਅਸੀਂ ਲੈ ਰਹੇ ਹਾਂ। ਸ਼ਰਾਬ ਤਾਂ ਉਹ ਸਾਡੇ ਸਾਹਮਣੇ ਹੈ ਕਿ ਇਹੀ ਸਿਆਸਤਦਾਨਾਂ ਦੀ ਸ਼ਹਿ ਤੇ ਇਹ ਵਿਕ ਰਹੀ ਹੈ, ਸਭ ਕੁਝ ਹੋ ਰਿਹਾ। ਤਾਂ ਹੁਣ ਫਿਰ ਉਹਦੇ ਵਿੱਚ ਆਮ ਸਿਰਫ ਇੰਨੀ ਕੁ ਗੱਲ ਕਰ ਦੇਣੀ ਕਿ ਭਾਈ ਕੋਈ ਵੀ ਕੈਮਿਸਟ ਕਿਸੇ ਵੀ ਹਾਲ ਵਿੱਚ ਬਿਨਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੇ ਦਵਾਈ ਨਹੀਂ ਦੇਵੇਗਾ, ਕਿੰਨੀ ਕੁ ਵੱਡੀ ਗੱਲ ਹੈ। ਬਿਲਕੁਲ। ਜੇ ਅਸੀਂ ਨਸ਼ਾ ਖੁੱਲਾ ਇਸ ਵੇਲੇ ਛੱਡ ਸਕਦੇ ਹਾਂ, ਨਸ਼ੇ ਦੇ ਵਪਾਰੀ ਖੁੱਲੇ ਫਿਰ ਰਹੇ ਨੇ ਤੇ ਜਿਨ੍ਹਾਂ ਨੂੰ ਮਿਲਦਾ ਉਹ ਦੱਸਦੇ ਨੇ ਆ ਥਾਂ ਤੇ ਮਿਲ ਰਿਹਾ, ਫੜ ਕੇ ਸਾਹਮਣੇ ਵੀ ਲਿਆ ਕੇ ਧਰ ਦਿੰਦੇ ਨੇ ਕੈਮਰੇ ਦੇ ਅੱਗੇ ਵੀ, ਬਿਲਕੁਲ ਜੀ। ਫਿਰ ਵੀ ਉਹ ਦੰਦਣਾਉਂਦੇ ਫਿਰਦੇ ਨੇ, ਤਾਂ ਫਿਰ ਢਿੱਲ ਕਿੱਥੇ ਹੈ? ਇੱਥੇ ਲੋਕ ਵੀ ਡਰਨ ਲੱਗੇ ਜੀ, ਲੋਕ ਅੱਗੇ ਆਉਣ ਤੋਂ ਡਰ ਲੱਗੇ ਕਿਉਂਕਿ ਉਹ ਜੁਰਤ ਨਾਲ ਹਿੰਮਤ ਨਾਲ ਜਦੋਂ ਕਿਸੇ ਨੂੰ ਫੜਾਉਂਦੇ ਨੇ ਉਹ ਥੋੜੇ ਦਿਨਾਂ ਬਾਅਦ ਫਿਰ ਬਾਹਰ ਆਉਂਦੇ। ਬਿਲਕੁਲ, ਉਹ ਤਾਂ ਬਾਹਰ ਆਉਂਦਾ ਹੀ ਹੈ, ਪਰ ਜਿਵੇਂ ਉਹਦੇ ਟੱਬਰ ਨੂੰ ਮੁੜ ਕੇ ਭੈ ਦੇ ਥੱਲੇ ਰਹਿਣਾ ਪੈਂਦਾ ਕਿਉਂਕਿ ਵੇਖੋ ਨਾ, ਜੇ ਉਹ ਕਹੇਗਾ ਮੈਨੂੰ ਲੋੜ ਹੈ ਜੀ ਅੱਜ ਮੇਰੇ ਨਾਲ ਕੋਈ ਪੁਲਿਸ ਕਰਮੀ ਜੋੜ ਦਿਓ, ਉਹ ਤਾਂ ਨਹੀਂ ਮਿਲਣਗੇ, ਪਰ ਬਾਕੀਆਂ ਲਈ ਜਿਨ੍ਹਾਂ ਨੂੰ ਲੋੜ ਹੈ ਜਾਂ ਨਹੀਂ ਉਹਨਾਂ ਸਾਰਿਆਂ ਦੇ ਸਿਰਾਂ ਤੇ ਅਸੀਂ 80-80 ਦੇ ਹੇੜ ਲਾ ਦਿੰਦੇ ਹਾਂ ਕਿ ਇਹਨਾਂ ਨੂੰ ਸਾਂਭੋ। ਪਰ ਗੱਲ ਇਹ ਹੈ ਕਿ ਜਿੱਥੇ ਅਸਲ ਲੋੜ ਹੈ ਕ੍ਰਿਮੀਨਲਸ ਨੂੰ ਫੜਨ ਦੀ, ਉੱਥੇ ਪੁਲਿਸ ਦੀ ਕਮੀ ਹੋ ਜਾਂਦੀ ਹੈ ਕਿਉਂਕਿ ਉਹ ਸਾਰੇ ਇਹਨਾਂ ਸਿਆਸਤਦਾਨਾਂ ਦੀ ਸੇਵਾ ਤੇ ਲੱਗੇ ਨੇ। ਹੁਣ ਇਹ ਦਵਾਈ ਜਿਹੜੀ ਕਿ ਜੇ ਲਗਾਤਾਰ ਲਈ ਜਾਏ ਤਾਂ ਅਜਿਹਾ ਇਹ ਨਸ਼ਾ ਕਰ ਦੇਗੀ ਜਿਸ ਵਿੱਚ ਬੜੀ ਭੈੜੀ ਮੌਤ ਮਰਦਾ ਜੇ ਬੰਦਾ। ਯਾਨੀ ਉਹਨੂੰ ਖੂਨ ਵਗਣਾ ਸ਼ੁਰੂ ਹੋ ਸਕਦਾ, ਹੱਥਾਂ ਪੈਰਾਂ ਤੇ ਸੋਜ਼ਿਸ਼ ਹੋ ਸਕਦੀ ਹੈ, ਦਿਮਾਗ 'ਚ ਸੋਜ਼ਿਸ਼ ਹੋ ਸਕਦੀ ਹੈ, ਉਹਨੂੰ ਦਿਖਣ 'ਚ ਠੀਕ ਯਾਨੀ ਨਹੀਂ ਦਿਸਦਾ, ਉਹਨੂੰ ਦੋ ਨਜ਼ਰ ਆ ਸਕਦੇ ਨੇ, ਧੁੰਦਲਾ ਨਜ਼ਰ ਆ ਸਕਦਾ। ਇਹ ਸਾਰਾ ਕੁਝ ਜਦੋਂ ਹੁੰਦਾ ਜੇ ਉਹਦੇ ਵਿੱਚ ਕਬਜ਼ ਹੋ ਜਾਣੀ, ਪੇਟ ਫੁੱਲਣ ਲੱਗ ਜਾਣਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤਿੱਖੀ ਸਿਰ ਪੀੜ, ਨੀਂਦਰ ਦੇ ਵਿੱਚ ਗੜਬੜ ਹੋਣੀ ਸ਼ੁਰੂ ਹੋ ਜਾਣੀ। ਪਰ ਇਹ ਚੀਜ਼ਾਂ ਜਦੋਂ ਵੀ ਇਹਨੂੰ ਛਡਾਇਆ ਜਾਏਗਾ ਉਹ ਬੰਦਾ ਕਤਲ ਕਰਨ ਤੱਕ ਵੀ ਜਾਏਗਾ। ਇਸ ਤੋਂ ਬਾਅਦ ਉਹਨਾਂ ਨੂੰ ਕਈ ਵਾਰ ਸੁਇਸਾਈਡਲ ਟੈਂਡੈਂਸੀਜ਼ ਹੋ ਜਾਂਦੀਆਂ ਨੇ, ਆਪ ਹੀ ਮਰ ਜਾਂਦੇ ਨੇ। ਯਾਨੀ ਇਹੋ ਜਿਹੀ ਭਿਆਨਕ ਸਿਚੁਏਸ਼ਨ ਵਿੱਚ ਅਸੀਂ ਆਪਣੇ ਨੌਜਵਾਨ, ਜਿਨ੍ਹਾਂ ਵਿੱਚ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਕੈਮਿਸਟ ਹੀ ਆਪ ਆਪਣਾ ਨਾਮ ਲੁਕਾਉਣ ਦੇ ਨਾਲ ਇਹ ਦੱਸਦੇ ਪਏ ਨੇ ਕਿ ਸਕੂਲੀ ਬੱਚੇ ਇਹ ਲੈ ਕੇ ਜਾ ਰਹੇ ਨੇ। ਯਾਨੀ ਸਕੂਲ ਦੇ ਬੱਚਿਆਂ 'ਚ ਇਸ ਤਰੀਕੇ ਦੀ ਸਾਡੇ ਪੰਜਾਬ ਦੇ ਅੰਦਰ ਇਸ ਦੀ ਲੱਤ ਲੱਗ ਜਾਣੀ, ਜਿਸ ਦੇ ਕਿ ਆਪ ਹੀ ਸਾਡੇ ਕਈ ਡੀਸੀਆਂ ਦੀ ਖਬਰ ਛਪੀ ਹੈ ਕਿ ਹਾਂਜੀ ਅਸੀਂ 35-35 ਹਜ਼ਾਰ ਕੈਪਸੂਲ ਇੱਥੋਂ ਫੜ ਲਏ ਇੱਕ ਦੁਕਾਨ ਤੋਂ, ਜੋ ਕਿ ਪਿੰਡਾਂ ਦੀਆਂ ਦੁਕਾਨਾਂ ਵਿੱਚ ਪਏ ਹੋਣ। ਫਿਰ ਉਹ ਵੀ ਜਿੱਥੇ ਇਹ ਵੀ ਖਬਰ ਛਪ ਗਈ ਕਿ 2.5-3 ਲੱਖ ਦਾ ਮਾਲ ਚੁੱਕਿਆ ਗਿਆ ਇਹ ਵਾਲਾ। ਹਾਂਜੀ। ਤਾਂ ਮੈਨੂੰ ਦੱਸੋ ਕਿ ਜੇ ਇਹ ਬੇਲੋੜੇ ਕੈਪਸੂਲ ਜਿਨ੍ਹਾਂ ਨੂੰ ਇਸ ਤਰ੍ਹਾਂ ਖੁੱਲੇ ਇਹ ਜਾ ਰਹੇ ਨੇ, ਤਾਂ ਫਿਰ ਅਸਲ ਲੋੜ ਜਿਹਦੀ ਨਸ ਸੁੰਨ ਹੋਈ ਹੋਏਗੀ, ਜਿਸ ਦਾ ਇਸ ਤੋਂ ਬਗੈਰ ਗੁਜ਼ਾਰਾ ਨਹੀਂ, ਜੋ ਚੀਕਾਂ ਮਾਰ-ਮਾਰ ਰਾਤ ਨੂੰ ਉੱਠੇਗਾ, ਤਾਂ ਫਿਰ ਉਸ ਨੂੰ ਅਸੀਂ ਦਵਾਈ ਕਿਵੇਂ ਦੇਵਾਂਗੇ? ਸੋ ਸਖਤ ਜਿੱਥੇ ਲੋੜ ਹੈ ਨਾ ਉੱਥੇ ਸਖਤੀ ਹੁੰਦੀ ਨਹੀਂ। ਸਾਡੇ ਬਹੁਤ ਚੰਗੇ ਨੇ ਕੈਮਿਸਟ ਵੀਰ, ਮੈਂ ਆਪ ਬਥੇਰਿਆਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਹੱਡ ਭੰਨਵੀਂ ਮਿਹਨਤ ਨਾਲ ਇੱਥੇ ਤੱਕ ਜੋ ਪਹੁੰਚੇ ਨੇ। ਹਾਂਜੀ। ਪਰ ਇਹ ਜੋ ਗਲਤ ਰਾਏ ਤੁਰ ਚੁੱਕੇ ਨੇ ਤਾਂ ਸਾਰੇ ਸਮਾਜ ਨੂੰ ਇਹਨਾਂ ਨੂੰ ਛੇਕਣਾ ਚਾਹੀਦਾ। ਪਹਿਲੀ ਚੀਜ਼ ਤਾਂ ਕਿਉਂ ਤੁਸੀਂ ਇਸ ਤਰੀਕੇ ਸਾਡੇ ਹੀ ਗੱਭਰੂਆਂ ਨੂੰ, ਸਾਡੇ ਬੱਚਿਆਂ ਨੂੰ, ਸਕੂਲੀ ਬੱਚਿਆਂ ਨੂੰ ਨਸ਼ੇ ਵੱਲ ਲਾ ਰਹੇ ਹੋ? ਹਾਂਜੀ। ਥੋੜੇ ਜਿਹੇ ਸਮੇਂ ਲਈ ਇਹ ਪੈਸਾ ਇਕੱਠਾ ਕਰਨਾ, ਦੇਖੋ ਹਰਾਮ ਦਾ ਪੈਸਾ ਤਾਂ ਜਾਂਦਾ ਵੀ ਉਸੇ ਤਰ੍ਹਾਂ ਜੀ। ਬਿਲਕੁਲ। ਸੋ ਇਹਦਾ ਮਤਲਬ ਹੈ ਕਿ ਉਹਨਾਂ ਦੇ ਆਪਣੇ ਬੱਚੇ ਵੀ ਕਿਸੇ ਨਾ ਕਿਸੇ ਰਾਹੀਂ ਇਹ ਗਲਤ ਰਾਹ ਤੁਰਨਗੇ, ਇਸੇ ਤਰੀਕੇ ਹੀ ਉਹ ਵੀ ਨਿਕਲਣਗੇ। ਤਾਂ ਫਿਰ ਬਿਹਤਰ ਇਹੀ ਹੈ ਕਿ ਪਹਿਲਾਂ ਤਾਂ ਉਹ ਆਪ ਹੀ ਸਮਝਣ ਅਸੀਂ ਇਹ ਕੰਮ ਨਹੀਂ ਕਰਨਾ। ਹੁਣ ਦੂਜੀ ਗੱਲ ਕਿ ਸਾਡੀ ਕੈਮਿਸਟ ਐਸੋਸੀਏਸ਼ਨ ਬਹੁਤ ਤਗੜੀ ਜੇ ਉਹੀ ਇਸ ਤਰੀਕੇ ਥੋੜੀ ਜਿਹੀ ਸਟ੍ਰਿਕਟ ਕਦਮ ਲੈਣ ਕਿ ਜਿਹੜੇ ਇਸ ਤਰ੍ਹਾਂ ਦੇ ਕਿਸੇ ਨੇ ਸਰਟੀਫਿਕੇਟ ਵੀ ਨਹੀਂ, ਕੋਈ ਠੀਕ ਵੀ ਨਹੀਂ, ਉਹ ਐਵੇਂ ਹੀ ਜਿਹੜੇ ਲੱਗੇ ਹੋਏ ਨੇ ਇਸ ਕੰਮ ਨੂੰ, ਉਹਨਾਂ ਨੂੰ ਸਖਤੀ ਨਾਲ ਬਾਇਕਾਟ ਕਰਕੇ ਫੜਾਉਣ ਵੀ ਇਹ ਗਲਤ ਚੀਜ਼ ਕਰ ਰਹੇ ਨੇ, ਇਹਨਾਂ ਨੂੰ ਰੋਕਿਆ ਜਾਵੇ।
ਤੇ ਜੇ ਸਾਡੇ ਡੀਸੀ ਸਾਹਿਬ ਹੀ ਇਸ ਤਰ੍ਹਾਂ ਦੀਆਂ ਖਬਰਾਂ ਦੇ ਰਹੇ ਨੇ, ਅਸੀਂ ਫੜੇ ਨੇ, ਤਾਂ ਫਿਰ ਦੁਬਾਰਾ ਉਸੇ ਹੀ ਥਾਂ ਤੇ ਓਨੀ ਵੱਡੀ ਗਿਣਤੀ 'ਚ, ਕਈ ਵਾਰ ਉਸ ਤੋਂ ਦੁੱਗਣੀ ਗਿਣਤੀ 'ਚ ਕਿਉਂ ਇਹ ਕੈਪਸੂਲ ਫੇਰ ਮਿਲ ਰਹੇ ਨੇ? ਯਾਨੀ ਕਿ ਇੱਕ ਵਾਰ ਸਿਰਫ ਦੱਸਣ ਲਈ ਕੀਤਾ ਕਿ ਅਸੀਂ ਇੱਥੋਂ 35,000 ਫੜੇ ਨੇ, ਹੋਰਨਾਂ ਥਾਵਾਂ ਤੋਂ ਆ ਕੇ ਤੁਸੀਂ ਇੱਥੋਂ ਲੈ ਸਕਦੇ ਹੋ। ਹਾਂਜੀ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਉਂਗਲ ਚੁੱਕਣ ਦੀ ਲੋੜ ਹੈ ਕਿ ਅਸੀਂ ਜੇ ਇਹ ਦਾਅਵਾ ਕਰਦੇ ਹਾਂ ਕਿ ਸਾਡਾ ਪੰਜਾਬ ਪਿਛੋਕੜ ਸੀ, ਸਿਰ ਵਾਰਨ ਵਾਲੇ ਸੀ, ਸਭ ਕੁਝ ਸੀ, ਤਾਂ ਉਸ ਪਿਛੋਕੜ ਤੋਂ, ਉਸ ਮਾਣ ਮੱਤੇ ਇਤਿਹਾਸ ਤੋਂ ਇਸ ਗਿਰਾਵਟ ਵੱਲ ਆਖਰ ਕੌਣ ਲਿਜਾ ਰਿਹਾ? ਬਿਲਕੁਲ ਜੀ। ਇਸੇ ਥਾਂ ਤੇ ਜਿੱਥੇ ਬਿਨਾਂ ਕਿਸੇ ਦਬਾਅ ਦੇ ਅਸੀਂ ਦੇਖਿਆ ਕਿ ਹੋਰ ਧਰਮਾਂ ਦੇ ਲੋਕ ਆ ਕੇ ਤਬਦੀਲ ਹੋਏ, ਉਹਨਾਂ ਨੂੰ ਲੱਗਿਆ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਫਿਰ ਅੱਜ ਇਸੇ ਥਾਂ ਤੇ ਕ੍ਰਿਸਚੀਅਨਿਟੀ ਇੰਨੀ ਵੱਧ ਫੁੱਲ ਕਿਵੇਂ ਰਹੀ ਹੈ? ਬਿਲਕੁਲ। ਇਸੇ ਥਾਂ ਤੇ ਇੰਨੀ ਹੋਰ ਯਾਨੀ ਬਾਬਿਆਂ ਦੀ ਪਰਮਾਰ ਕਿਉਂ ਹੋ ਰਹੀ ਹੈ? ਬਿਲਕੁਲ ਜੀ, ਡੇਰਾਵਾਦ ਬਹੁਤ ਹੋਇਆ। ਇਸੇ ਥਾਂ ਤੇ ਸਾਡੀ ਜ਼ਬਾਨ ਕਿਉਂ ਖੋਈ ਜਾ ਰਹੀ ਹੈ? ਕਿ ਸਮਝ ਨਹੀਂ ਆਉਂਦਾ ਕਿ ਸਾਡੀ ਜ਼ਬਾਨ ਨਹੀਂ ਹੋਏਗੀ ਤਾਂ ਅਸੀਂ ਉਸ ਮਾਣ ਮੱਤੇ ਇਤਿਹਾਸ ਤੋਂ ਟੁੱਟ ਜਾਵਾਂਗੇ। ਬਿਲਕੁਲ। ਸੋ ਕਿਸੇ ਵੀ ਕੌਮ ਨੂੰ ਗੁਲਾਮ ਕਰਨ ਲਈ ਜੋ ਨੁਕਤੇ ਦਰਸਾਏ ਗਏ ਨੇ ਨਾ ਸਿਆਣਿਆਂ ਵੱਲੋਂ, ਇੱਕ ਇੱਕ ਚੀਜ਼ ਇਸ ਵੇਲੇ ਪੰਜਾਬ ਵਿੱਚ ਹੈ। ਬਿਲਕੁਲ। ਹੁਣ ਜੇ ਸਾਨੂੰ ਫਿਰ ਵੀ ਸਮਝ ਨਹੀਂ ਆ ਰਹੀ ਤਾਂ ਮੇਰੀ ਤਾਂ ਅੱਜ ਸਾਰੇ ਸਿਆਸਤਦਾਨਾਂ ਹੀ ਅੱਗੇ ਅਰਜ਼ ਹੈ, ਭਾਈ ਤੁਸੀਂ ਪੰਜਾਬੀ ਭਾਲਦੇ ਹੋ ਤਾਂ ਆਉਣ ਨੂੰ, ਤੇ ਰਾਜ ਕਿਹਨਾਂ ਤੇ ਕਰਨਾ? ਸਾਡੇ ਯੂਪੀ ਦੇ ਆਏ ਸਾਡੇ ਹੀ ਵੀਰਾਂ ਭੈਣਾਂ ਤੇ, ਜਾਂ ਬਿਹਾਰ ਦੇ ਆਏ ਵੀਰਾਂ ਭੈਣਾਂ ਤੇ? ਕਿਉਂ ਨਾ ਸਾਡਾ ਬਿਹਾਰ ਦਾ ਵੀਰ ਕੋਈ ਇੱਥੇ ਆ ਕੇ ਚੀਫ ਮਿਨਿਸਟਰ ਬਣੇ? ਕਿਉਂ ਨਾ ਬਣੇ? ਜੇ ਵੱਡੀ ਗਿਣਤੀ 'ਚ ਹਾਨੀ ਬਿਹਾਰ ਦੇ ਤਾਂ ਉਹਨਾਂ ਨੂੰ ਹੀ ਬਣਨਾ ਚਾਹੀਦਾ। ਜੇ ਸਾਡਾ ਚਿੱਤ ਕਰਦਾ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਗਿਣਤੀ ਸਾਡੇ ਹੋ ਜਾਣ, ਸਾਡਾ ਵੀ ਉੱਥੇ ਪ੍ਰਾਈਮ ਮਿਨਿਸਟਰ ਸਾਡਾ ਆਪਣਾ ਪੰਜਾਬੀ ਹੋਵੇ, ਕਿੰਨਾ ਫਖਰ ਮਹਿਸੂਸ ਹੁੰਦਾ। ਜੇ ਮੈਂ ਅੱਜ ਬਿਹਾਰ ਤੋਂ ਹੋਵਾਂ, ਬਿਲਕੁਲ ਫਖਰ ਕਰਾਂ ਕਿ ਇਸ ਥਾਂ ਤੇ ਜੇ ਵੱਡੀ ਗਿਣਤੀ ਸਾਡੇ ਨੇ, ਮੇਅਰ ਬਣ ਰਹੇ ਨੇ, ਸਭ ਕੁਝ ਕਰ ਰਹੇ ਨੇ। ਯੂਪੀ ਤੋਂ ਆਏ ਸਾਡੇ ਬੰਦੇ ਸਾਰੇ ਦਾ ਸਾਰਾ ਕਾਰੋਬਾਰ ਸੰਭਾਲ ਰਹੇ ਨੇ। ਪਿੰਡਾਂ 'ਚ ਜਾ ਕੇ ਵੇਖਿਓ ਨਾ ਕਦੇ ਕਿ ਜੇ ਕੁਲਫੀ ਵੇਚਣ ਤੋਂ ਲੈ ਕੇ ਤੇ ਜੇ ਉੱਥੇ ਸਭ ਤੋਂ ਵੱਡੀ ਕੋਠੀ ਜੋ ਕਿ ਸਾਡੇ NRI ਵੀਰ ਛੱਡ ਗਏ ਨੇ, ਉਹਨਾਂ ਦੇ ਵਿੱਚ ਵੀ ਉਹੀ ਬੈਠੇ ਨੇ, ਤਾਂ ਕਿਉਂ ਨਾ ਉਹਨਾਂ ਦੀ ਉਮੀਦ ਹੋਵੇ ਕਿ ਅਸੀਂ ਇੱਥੇ ਚੀਫ ਮਿਨਿਸਟਰ ਬਣਨਾ। ਸੋ ਸਾਡੇ ਮੁੱਖ ਮੰਤਰੀ ਸਾਹਿਬ ਜੀ ਰਤਿਕ ਧਿਆਨ ਦਿਓ। ਸਾਡੇ ਬਹੁਤ ਸੂਝਵਾਨ ਮੰਤਰੀ ਨੇ ਜਿਨ੍ਹਾਂ ਸਾਰਿਆਂ ਨੂੰ ਕੰਨ ਹੋਣੇ ਚਾਹੀਦੇ ਨੇ ਕਿ ਜੇ ਰਾਜ ਤੁਸੀਂ ਪੰਜਾਬ ਉੱਤੇ ਕਰਨਾ ਤਾਂ ਤੁਹਾਨੂੰ ਪਹਿਲਾਂ ਪੰਜਾਬ ਬਚਾਉਣਾ ਪਏਗਾ, ਪੰਜਾਬੀ ਬਚਾਉਣੇ ਪੈਣਗੇ, ਪੰਜਾਬੀਅਤ ਬਚਾਉਣੀ ਪਏਗੀ। ਨਹੀਂ ਤਾਂ ਆਪਣਾ ਟੀ ਟੰਬਾ ਸਾਂਭੋ ਤੇ ਤੁਰਦੇ ਬਣੋ, ਤੁਸੀਂ ਬਹੁਤੀ ਦੇਰ ਇੱਥੇ ਰਾਜ ਨਹੀਂ ਜੇ ਕਰ ਸਕਦੇ। ਸੋ ਇਹ ਸਾਰੇ ਨੁਕਤੇ ਜਿਹਦੇ ਵਿੱਚ ਨਿੱਕੀ ਤੋਂ ਨਿੱਕੀ ਚੀਜ਼ ਜਿਸ ਦਾ ਕਿ ਅਸੀਂ ਕਹਿੰਦੇ ਹਾਂ 0.2% ਇਸ 'ਚ ਨਸ਼ੇ ਦੇ ਅਸਾਰ ਹੋਣਗੇ, ਉਹ ਗੋਲੀ ਵੀ ਯਾਨੀ ਅੱਜ ਅਸੀਂ ਧੜੱਲੇ ਨਾਲ ਵੀ ਕਰਾਈਏ ਇੱਥੇ, ਬਿਲਕੁਲ ਜੀ, ਕੋਈ ਰੋਕ ਟੋਕ ਨਹੀਂ। ਹੁਣ ਤੁਸੀਂ ਇਸੇ ਗੋਲੀ ਦਾ ਵੇਖੋ, ਅਸੀਂ ਕਿਸੇ ਨੂੰ ਖਵਾਉਂਦੇ ਆ ਨਾ ਜਿਹਨੂੰ ਦਰਦ ਹੈ, ਤਾਂ ਇੱਕ ਗੋਲੀ ਰਾਤ ਨੂੰ ਖਾਣ ਲਈ ਕਹੀ ਜਾਂਦੀ। ਮੇਰਾ ਦਿਲ ਕੰਬਦਾ ਜਦੋਂ ਮੈਂ ਖਬਰਾਂ ਪੜ੍ਹਦੀ ਹਾਂ ਕਿ ਇੱਕ ਮੇਰਾ 8ਵੀਂ 'ਚ ਪੜ੍ਹਦਾ ਬਾਲ ਪੰਜਾਬ ਦੇ ਵਿੱਚ 10 ਗੋਲੀਆਂ ਰੋਜ਼ ਖਾ ਜਾਂਦਾ। ਤੇ ਫਿਰ ਅਸੀਂ ਕੀ ਅੱਗੋਂ ਉਹਨਾਂ ਤੋਂ ਪਾਲਦੇ ਹਾਂ ਕਿ ਇਹ ਅੱਗੋਂ ਪੈਦਾ ਕਰ ਸਕਣ ਯੋਗ ਰਹਿ ਵੀ ਜਾਣਗੇ ਅਗਲੀ ਪੁਸ਼ਤ ਲਈ। ਤੇ ਜੇ ਨਹੀਂ, ਫਿਰ ਤੁਹਾਨੂੰ ਕਿਉਂ ਸਮਝ ਕਿਸੇ ਨੂੰ ਨਹੀਂ ਆ ਰਹੀ ਕਿ ਪੰਜਾਬ ਚੱਲਿਆ ਜੇ, ਮੁੱਕ ਚੱਲਿਆ ਜੇ, ਸਿਵਿਆਂ ਦੇ ਰਾਹ ਹੈ, ਜਿੱਥੇ ਹਰ ਜਣਾ, ਤੁਸੀਂ ਜ਼ਰਾ ਗਿਣਤੀ ਦੇਖਿਓ ਜੋ ਕਿ ਸਾਡੇ ਨੈਸ਼ਨਲ ਰੈਕਰਡਸ ਬੋਲਦੇ ਨੇ ਕਿ ਕਿਸ ਤਰੀਕੇ ਜਿੰਨੇ ਭੱਜ ਰਹੇ ਨੇ ਨਾ ਇੱਥੋਂ ਬਾਹਰ, ਅਰਮੇਨੀਆ 'ਚ ਵੜ ਜਾਣ, ਉਹ ਤਾਂ ਹੈਰਾਨ ਆ ਮੈਂ, ਨੇਪਾਲ ਤੱਕ ਜਾਣ ਨੂੰ ਤਿਆਰ ਨੇ ਵੀ ਉੱਥੇ ਪੈਸਾ ਮਿਲ ਜਾਂਦਾ, ਜਾਂ ਇਸ ਥਾਂ ਤੇ ਸਾਨੂੰ ਲੱਗਦਾ ਅਸੀਂ ਸੁਰੱਖਿਅਤ ਹਾਂ, ਜੋ ਵੀ ਕਾਰਨ ਦੱਸਦੇ ਹੋਣ, ਸਭ ਤੋਂ ਵੱਧ ਪੰਜਾਬੀ ਉਡਾਰੀ ਮਾਰ ਰਹੇ ਹੋਣ, ਕੋਈ ਤਾਂ ਕਾਰਨ ਹੈ ਨਾ। ਹੁਣ ਮੈਂ ਜੇ ਇੱਕ ਡਾਂਗ ਚੁੱਕ ਕੇ ਬੈਠੀ ਹੋਵਾਂ ਕਿ ਪੰਜਾਬ ਮੁਕਾਉਣਾ, ਮੈਂ ਪੰਜਾਬੋਂ ਬਾਹਰ ਦੀ ਹੋਵਾਂ, ਤਾਂ ਮੈਂ ਕੀ ਕੁਛ ਕਰਾਂਗੀ ਭਾਈ? ਇਸ ਥਾਂ ਤੇ ਸੂਝਵਾਨ ਲੋਕ ਬ੍ਰੇਨ ਡਰੇਨ ਮੈਂ ਕਰ ਸਕਾਂ ਤਾਂ ਬਾਕੀ ਸਮਝਣ ਤੋਂ ਬਗੈਰ ਰਹਿ ਜਾਣਗੇ। ਸੋ ਉਹ ਨੁਕਤਾ ਸਾਡੇ ਤੇ ਅਜ਼ਮਾ ਲਿਆ ਗਿਆ। ਦੂਜਾ ਮੇਰਾ ਚਿੱਤ ਹੋਏਗਾ ਕਿ ਬੜਾ ਮਾਣ ਮੱਤਾ ਇਤਿਹਾਸ ਹੈ, ਇਹ ਤਾਂ ਮਰ ਮਿਟਦੇ ਨੇ ਆਪਣੀ ਅਣਖ ਲਈ ਵੀ, ਦੂਜਿਆਂ ਦੇ ਹੱਕਾਂ ਲਈ ਵੀ। ਭਾਈ ਇਤਿਹਾਸ ਖੋਲੋ। ਸੋ ਸਾਡੀਆਂ ਕਿਤਾਬਾਂ 'ਚੋਂ ਇਤਿਹਾਸ ਮਨਫੀ ਜੇ, ਉਹ ਖਤਮ ਕਰ ਦਿੱਤਾ ਗਿਆ ਕਿ ਸਾਡੀ ਪੁਸ਼ਤ ਲਹੂ ਨਾ ਗਰਮਾ ਸਕੇ। ਤੇ ਤੀਜੀ ਚੀਜ਼, ਜੇ ਸਾਡੇ ਕੋਲ ਜ਼ਬਾਨ ਹੀ ਨਹੀਂ
ਤਾਂ ਸਾਡੇ ਉਸ ਜ਼ਬਾਨ 'ਚ ਰਚਿਆ ਇਤਿਹਾਸ ਕਦੇ ਵੀ ਗਾਇਬ ਹੋਏਗਾ? ਮੈਨੂੰ ਤਾਂ ਇਹ ਦੱਸ ਦਿਓ ਅੱਜ ਤੋਂ 50 ਸਾਲ ਬਾਅਦ, ਜੇ ਸਾਡੀ ਤੀਜੀ ਪੁਸ਼ਤ ਜਿਹਨੂੰ ਪਤਾ ਹੀ ਨਹੀਂ ਪੰਜਾਬੀ ਕੀ ਹੁੰਦੀ ਹੈ, ਗੁਰਮੁਖੀ ਕੀ ਹੁੰਦੀ ਹੈ, ਉਹਨੂੰ ਕਿਹਾ ਜਾਏ ਕਿ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਇਹਦੇ ਵਿੱਚ ਤਾਂ ਕ੍ਰਿਸਚੈਨਿਟੀ ਦਾ, ਸਾਡੇ ਕ੍ਰਾਈਸਟ ਦਾ, ਉਹਦੀ ਵਧਾਈ ਕੀਤੀ ਗਈ ਹੈ, ਉਸ ਤੋਂ ਵਧੀਆ ਕੋਈ ਹੈ ਹੀ ਨਹੀਂ, ਤਾਂ ਕੌਣ ਨਾ ਕਰੇਗਾ? ਬਿਲਕੁਲ ਜੀ। ਯਾਨੀ ਇਹ ਤੀਸਰੀ ਚੀਜ਼ ਹੁੰਦੀ ਜੇ ਜੋ ਉਹਨਾਂ ਤੋਂ ਕਿਸੇ ਉਸ ਆਸਰੇ ਤੋਂ ਜਿਸ ਨਾਲ ਉਹ ਅਗਾਂਹ ਤਬਦੀਲੀ ਲਿਆ ਸਕਣ। ਲਹੂ ਗਰਮਾਉਣ ਦੀ ਗੱਲ ਤਾਂ ਵੱਖ, ਪਰ ਉਹ ਜਾਣ ਕੇ ਸਾਡੇ ਨਾਲ ਧੱਕਾ ਹੋਇਆ, ਅਗਲੇ ਅਜਿਹੇ ਧੱਕੇ ਲਈ ਤਿਆਰ ਹੋ ਸਕਣ, ਬਿਲਕੁਲ ਜੀ, ਉਹ ਵੀ ਖੋਹ ਲਿਆ ਗਿਆ। ਯਾਨੀ ਸਾਡੇ ਇਸ ਵੇਲੇ ਦੇ ਹਾਲ ਇਹ ਨੇ ਕਿ ਜੇ ਅਸੀਂ ਜਿਸ ਚੀਜ਼ ਤੇ ਹੀ ਮਾਣ ਕਰਦੇ ਸਾਂ ਵੀ ਸਾਡੀਆਂ ਬੋਚਵੀਆਂ ਪੱਗਾਂ, ਸਾਡਾ ਇਹ ਪੋਸ਼ਾਕ ਸਾਨੂੰ ਇੱਕ ਅਲੱਗ ਦਰਸਾਉਂਦੀ ਹੈ, ਇੱਕ ਮਨੁੱਖੀ ਹੱਕਾਂ ਦਾ ਰਾਖਾ ਤੁਰਦਾ ਜਾਂਦਾ, ਜਿਹਨੂੰ ਵੇਖ ਕੇ ਕਦੇ ਤਖਤੋ ਤਾਜ ਝੁੱਕ ਕੇ ਸਲਾਮ ਕਰਦੇ ਸਨ। ਅੱਜ ਉਸ ਨੂੰ ਸਿਰਫ ਦਸਤਾਰ ਕਾਰਨ ਜਦੋਂ ਪੂਰੇ ਹਿੰਦੁਸਤਾਨ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਘੜੀਸਿਆ ਜਾਂਦਾ ਹੋਵੇ, ਮਾਰਿਆ ਜਾਂਦਾ ਹੋਵੇ, ਇਹੋ ਜਿਹੀਆਂ ਵੀਡੀਓਜ਼ ਹੋਣ ਕਿ ਦਸਤਾਰ ਦੀ ਬੇਅਦਬੀ ਤਾਂ ਹੋਈ, ਉਹਦੇ ਕੇਸਾਂ ਦੀ ਵੀ ਹੋਈ, ਛਾਲਾਂ ਮਾਰ ਮਾਰ ਕੇ ਉਹਨੂੰ ਯਾਨੀ ਸਾਰੇ ਚਿੰਬੜ ਕੇ ਮਾਰ ਦੇਣ, ਤੇ ਫਿਰ ਵੀ ਕਿਸੇ ਦੂਜੇ ਥਾਂ ਤੋਂ ਆਵਾਜ਼ ਨਾ ਉੱਠੀ ਹੋਵੇ, ਮਨੁੱਖੀ ਅਧਿਕਾਰ ਉਦੋਂ ਗਾਇਬ ਹੋ ਜਾਂਦੇ ਨੇ। ਯਾਨੀ ਇਸ ਸਿਚੁਏਸ਼ਨ ਤੇ ਅਸੀਂ ਲਿਆ ਕੇ ਜਦੋਂ ਹਾਲ ਧਰ ਦਿੱਤਾ ਹੋਏ, ਜਿੱਥੇ ਸਾਡੇ ਬਾਹਰ ਜ਼ਰੂਰ ਬਹੁਤ ਵਧੀਆ ਅਗਾਂਹ ਲੰਘ ਰਹੇ ਨੇ, ਸਭ ਕੁਝ ਠੀਕ ਹੈ, ਪਰ ਕੀ ਉਹ ਪੰਜਾਬ ਨਾਲ ਲੈ ਜਾਣਗੇ? ਇਸ ਥਾਂ ਤੇ ਜਿੱਥੇ ਇੰਚ ਇੰਚ ਤੇ ਸਾਡੇ ਕਦੇ ਕੋਈ ਹਿੰਦੂ ਸਿੱਖ ਮੁਸਲਮਾਨ ਨਹੀਂ ਸੀ ਹੋਇਆ, ਸਾਡੇ ਤਾਂ ਪੰਜਾਬੀ ਹੁੰਦੇ ਸਨ, ਜਿਨ੍ਹਾਂ ਦੀ ਸਾਂਝੀ ਜ਼ਬਾਨ ਵੀ ਪੰਜਾਬੀ ਸੀ। ਸਾਡੇ ਉਹਦੇ ਵਿੱਚ ਵੀ ਪਾੜ ਪਾ ਦਿੱਤਾ ਗਿਆ ਧਰਮਾਂ ਦੇ ਆਧਾਰ ਤੇ ਕਿ ਇਹ ਹਿੰਦੂ ਸਿੱਖ ਮੁਸਲਮਾਨ ਤੇ ਇਹ ਕ੍ਰਿਸਚਨ, ਇਹ ਬਣ ਗਏ ਨੇ, ਹੁਣ ਇਹ ਪੰਜਾਬੀ ਨਹੀਂ ਹੁੰਦੇ। ਪੁੱਛਦੇ ਨੇ ਕੌਣ ਹੈ? ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਅਸੀਂ ਪੰਜਾਬੀ ਨਹੀਂ ਰਹੇ। ਸਾਡਾ ਪੰਜਾਬੀ ਪੁਣਾ ਤੁਰ ਗਿਆ। ਫਿਰ ਉਸ ਤੋਂ ਅੱਗੇ ਜਦੋਂ ਇਹਨਾਂ ਦੇਖਿਆ ਕਿ ਅਲੱਗ-ਅਲੱਗ ਗੁੱਟ ਵੀ ਤਗੜੇ ਹੋ ਰਹੇ ਨੇ, ਫਿਰ ਇਹਨਾਂ ਨੂੰ ਸਾਨੂੰ ਜਾਤਾਂ ਪਾਤਾਂ 'ਚ ਵੰਡ ਦਿੱਤਾ ਗਿਆ। ਹੁਣ ਬੜਾ ਫਖਰ ਅਸੀਂ ਮਹਿਸੂਸ ਕਰਦੇ ਹਾਂ ਕਿ ਮੈਂ ਜੱਟ ਹਾਂ, ਮੈਂ ਫਲਾਣਾ, ਮੈਂ ਟਮਕਾਣਾ, ਤੇ ਫਿਰ ਉਹ ਜਿਹੜੀ ਅਸੀਂ ਸੋ ਕਾਲਡ SC BC ਕਹਿਣਾ ਸ਼ੁਰੂ ਕੀਤਾ, ਉਹਨਾਂ ਵਿੱਚ ਵੀ ਜਦੋਂ ਦੇਖਿਆ ਕਿ ਇਕੱਠੇ ਹੋਣ ਲੱਗੇ ਨੇ, ਜਾਂ ਇਹਨਾਂ ਨੇ ਜਾਤ ਪਾਤ ਦੇ ਜੋ ਇਹਨਾਂ ਨੂੰ ਜੰਗਲ ਬੰਨੇ ਸੀ ਜਾਂ ਸੰਗਲ ਪਾਏ ਹੋਏ ਸੀ, ਉਹਨਾਂ ਵਿੱਚੋਂ ਤੋੜ ਕੇ ਉਹ ਸੋਚ ਆਪਣੀ ਉਜਾਗਰ ਕਰਨ ਲੱਗੇ ਨੇ। ਇਹਨਾਂ ਵਿੱਚੋਂ ਵੀ ਪੜ੍ਹ ਲਿਖ ਕੇ ਸਭ ਉਹਨਾਂ ਨੂੰ ਸਮਝ ਆਈ ਕਿ ਕੌਣ ਨੇ ਸਾਨੂੰ ਅਸਲ ਪਾੜਨ ਵਾਲੇ। ਤਾਂ ਫਿਰ ਆਖਰੀ ਹੱਲਾ ਇਹ ਬੋਲਿਆ ਗਿਆ, ਉਹਨਾਂ ਨੂੰ ਅੱਗੋਂ ਵੰਡ ਦਿੱਤਾ ਗਿਆ। ਭਾਈ ਜਿਹੜੇ ਇੱਕ ਫਖਰ ਨਾਲ ਲਿਖਦੇ ਨੇ ਅਸੀਂ ਚਮਾਰ ਹਾਂ, ਲਿਖਦੇ ਨੇ ਕਾਰ ਤੇ, ਉਹ ਵੀ ਅੱਗੋਂ ਵੰਡ ਕੇ ਦੱਸ ਦਿੱਤੇ ਭਾਈ ਤੁਹਾਡੀਆਂ ਵੀ ਆ 10 ਤਰ੍ਹਾਂ ਦੀਆਂ ਨੇ ਵੱਖੋ ਵੱਖਰੀਆਂ ਜਾਤਾਂ ਪਾਤਾਂ, ਜਿਨ੍ਹਾਂ ਤੁਸੀਂ ਅੱਗੋਂ ਫਟ ਜਾਓ। ਹੁਣ ਹਾਲ ਇਹ ਹੈ ਕਿ ਇੱਕ ਪਿੰਡ ਵਿੱਚ ਜੇ ਕਿਸੇ ਇੱਕ ਨਾਲ ਧੱਕਾ ਹੋਇਆ ਹੋਵੇ ਤਾਂ ਉਹ ਆਪੋ ਵਿੱਚ ਹੀ ਲੜ ਫੜ ਕੇ ਮਰ ਜਾਂਦੇ ਨੇ, ਪਰ ਉਹਨਾਂ ਵਿੱਚ ਉਹ ਏਕਤਾ ਜਿਹੜੀ ਪੰਜਾਬੀ ਹੋਣ ਦੀ ਹੁੰਦੀ ਸੀ, ਉਹ ਸਾਡੀ ਮੁੱਕ ਗਈ। ਅਸੀਂ ਇੰਨੇ ਵੰਡ ਦਿੱਤੇ ਗਏ ਆ ਕਿ ਅੱਜ ਕਿਸੇ ਵੀ ਦਿਨ ਕੋਈ ਆ ਕੇ ਕਵੇ ਕਿ ਇਹ ਵੰਡ ਅੱਗੇ ਜ਼ਬਾਨ ਦੇ ਆਧਾਰ ਤੇ ਹੋਈ ਸੀ, ਅੱਜ ਕੋਈ ਕਵੇ ਕਿ ਇਹ ਫਿਰ ਦੁਬਾਰਾ ਵੰਡ ਕਰਨੀ ਹੈ, ਤੇ ਜਲੰਧਰ ਵਿੱਚੋਂ ਜੇ ਅੱਜ ਲੋਕ ਬਹੁਤ ਵੱਡੀ ਗਿਣਤੀ ਜਿਹੜੇ ਖੜੇ ਹੋ ਜਾਣ ਹਮ ਹਿੰਦੀ ਬੋਲਤੇ ਹੈ, ਤਾਂ ਮੈਨੂੰ ਦੱਸ ਦਿਓ ਕਿ ਪੰਜਾਬ ਕਿੱਥੇ ਰਹਿਣਾ, ਕਿੱਥੇ ਰਹਿ ਗਿਆ? ਜੇ ਇੰਨੇ ਕੁ ਖਤਰੇ ਵੀ ਨਹੀਂ ਅਸੀਂ ਸਮਝ ਰਹੇ ਕਿ ਪੰਜਾਬ ਦੇ ਵਿੱਚੋਂ ਸਾਡੇ ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ ਹੋਵੇ, ਕੋਈ ਸਿੱਖ ਹੋਵੇ, ਕੋਈ ਈਸਾਈ ਹੋਵੇ, ਉਹ ਪਹਿਲਾਂ ਪੰਜਾਬੀ ਹੈ, ਪਹਿਲਾਂ ਪੰਜਾਬੀ ਹੈ ਜੀ, ਬਿਲਕੁਲ। ਪਰ ਅਸੀਂ ਉਹ ਪਹਿਲਾਂ ਪੰਜਾਬੀ ਵਾਲੇ ਨੂੰ ਗਾਇਬ ਕਰ ਦਿੱਤਾ ਕਿ ਤੁਸੀਂ ਵੰਡੇ ਹੋਏ ਹੋ, ਕਿਉਂਕਿ ਹਰ ਪੰਜਾਬੀ ਭਾਵੇਂ ਕਿਸੇ ਧਰਮ ਦਾ ਮੰਨਦਾ ਹੋਵੇ, ਕਿਸੇ ਜਾਤ ਦਾ, ਕਿਸੇ ਪਾਤ ਦਾ, ਉਹ ਵੱਖ ਅਣਖ ਰੱਖਦਾ ਜੇ। ਉਸ ਪੰਜਾਬੀ ਨੂੰ ਪਤਾ ਹੈ ਕਿ ਮੇਰੇ ਵੱਡੇ ਵਡੇਰੇ ਇੱਥੇ ਖੂਨ ਉਹਨਾਂ ਦਾ ਡੁੱਲਿਆ ਹੋਇਆ, ਤੇ ਇਹ ਜ਼ਮੀਨ ਅਸੀਂ ਇੰਝ ਹੀ ਨਹੀਂ ਸੌਖਿਆਂ ਸਾਨੂੰ ਹਾਸਲ ਹੋਈ, ਤੇ ਇਸ ਜ਼ਮੀਨ 'ਚ ਸਿਰਾਂ ਦੀ ਖੇਤੀ ਹੋਈ ਹੈ। ਉਹਦੇ ਵਿੱਚ ਇੱਕ ਸਾਡਾ ਮੁਸਲਮਾਨ ਵੀਰ ਵੀ ਜੋ ਪੰਜਾਬੀ ਹੈ ਨਾ, ਜਦੋਂ ਭੀੜ ਪਈ ਉਹ ਕੱਲਾ ਅੱਗੇ ਜਾਣ ਦੀ ਤਾਕਤ ਰੱਖਦਾ ਹੈ, ਪਰ ਉਹ ਤਾਕਤ ਸਾਨੂੰ ਵੰਡ ਕੇ ਜੋ ਖਤਮ ਕੀਤੀ ਗਈ ਹੈ, ਇਹ ਜਿਹੜੇ ਕਰਨ ਵਾਲੇ ਸਨ ਉਹਨਾਂ ਤੇ ਸਭ ਤੋਂ ਵੱਡੀ ਮਾਰ ਪੈਣੀ ਜੇ ਉਹਨਾਂ ਨੇ ਵੋਟਾਂ ਲਈ ਸਾਨੂੰ ਵੰਡਿਆ, ਪਰ ਅਫਸੋਸ ਉਹ ਆਪ ਹੀ ਨਹੀਂ ਰਹਿਣੇ, ਆਪ ਹੀ ਨਹੀਂ ਰਹਿਣਗੇ। ਬਿਲਕੁਲ ਜੀ, ਬਿਲਕੁਲ। ਦੂਜੇ ਨੂੰ ਮਾਰਨ ਵਾਲੇ ਪਹਿਲਾਂ ਆਪ ਮਰਦੀ ਹੈ ਜੀ, ਬਿਲਕੁਲ। ਸੋ ਇਹੀ ਕਾਰਨ ਜੋ ਸਭ ਤੋਂ ਅਖੀਰ ਉਹਨਾਂ ਨੇ ਦੇਖਿਆ ਸੀ ਕਿ ਜਿਹੜੇ ਗਏ ਸੋ ਗਏ,
ਜਿਹੜੇ ਬਚੇ ਨੇ ਉਹਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਖਤਮ ਕਰ ਦਿੱਤੀ ਜਾਏ, ਉਹਨਾਂ ਨੂੰ ਨਸ਼ਿਆਂ ਦੇ ਵਿੱਚ ਇਸ ਤਰੀਕੇ ਡੁਬੋ ਦਿੱਤਾ ਜਾਵੇ ਕਿ ਉਹ ਭੁੱਲ ਹੀ ਜਾਣ ਅਸੀਂ ਅਸਲ ਕੀ ਸਾਂ। ਸੋ ਉਹ ਕਰਦੇ ਕਰਾਉਂਦੇ ਉਹਨਾਂ ਨੂੰ ਆਪ ਦਿਸਣਾ ਹੀ ਬੰਦ ਹੋ ਗਿਆ ਕਿ ਭਾਈ ਅਸੀਂ ਇੰਨੇ ਕੁ ਅੰਨੇ ਹੋ ਗਏ ਆਪਣੇ ਕੁਰਸੀ ਦੇ ਜੋ ਉਹਨਾਂ ਨੂੰ ਨਸ਼ਾ ਸੀ ਕਿ ਹੁਣ ਇਹ ਬਾਕੀ ਪੰਜਾਬ ਖੁਰ ਚੱਲਿਆ ਜੀ। ਮੈਂ 3 ਐਗਜ਼ਾਮਪਲਸ ਦਵਾਂਗੀ। ਸਾਡੇ ਘਰ ਮਾਲੀ ਆਉਂਦਾ ਸੀ, ਮੈਂ ਉਹਨੂੰ ਮੇਰੇ ਪਿਤਾ ਜੀ ਪਾਪਾ ਜੀ ਨੂੰ ਵੀ ਚਾਹ ਹੁੰਦਾ ਸੀ, ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੂੰ, ਕੋਈ ਪੜ੍ਹੇ ਲਿਖੇ ਬਗੈਰ ਜਿਹੜਾ ਪੰਜਾਬ ਵਿੱਚ ਆਇਆ ਨਾ ਰਵੇ। ਤਾਂ ਮੈਨੂੰ ਉਹੀ ਮੈਂ ਉਸੇ ਹਿਸਾਬ ਨਾਲ ਹੀ ਉਹਨੂੰ ਵੀ ਪੁੱਛ ਲਿਆ, ਬੱਚੇ ਪੜ੍ਹਦੇ ਨੇ ਵੀ ਤੁਸੀਂ ਇਹ ਕੰਮ ਕਰਦੇ ਹੋ, ਤੇ ਮੈਨੂੰ ਸੀ ਕਿ ਜੇ ਨਹੀਂ ਤੇ ਮੈਂ ਮਦਦ ਕਰਾਂ, ਪੜ੍ਹਨ ਜ਼ਰੂਰ। ਪਤਾ ਜੀ ਮੈਨੂੰ ਕੀ ਕਹਿਣ ਲੱਗਾ, बीबी जी पढ़ता है, स्कूल में जाता है, और पता है मैं उसको क्या बनाऊंगा। मैं क्या कि मैं उसको IPS क्लियर करवाऊंगा। मैं क्या तू कित्थों है? कहता मैं यूपी से हूँ। तो मैं क्या बहुत तेरी कमाल दी सोच भाई, तू IPS बनाना है, पर यही क्यों सोचा? मैंने देखा है पंजाबियों को घुटनों पे गिरते हुए इनके, तो मैं यहाँ पे आके जो काम कर रहा हूँ ना, मैं चाहता हूँ, यहाँ तो पंजाबी तो गए, अब हमारी बारी है, तो मैं चाहता हूँ जो बचेंगे मेरे बेटे के आगे वो भी घुटने टेके। भाई जे इस तो भी नहीं सानू समझ आती, फिर पता नहीं कदों समझ आनी है कि इस तरह दियां चीज़ां जदों साडे बाहरों आके सोच के इत्थे बैठते हो। मैं नहीं कह रही कि बाहरों आना या जाना नहीं चाहिए, पर साडा वही किसान दा पुत जो इत्थों वेच के ज़मीनां कि मैं इत्थे काम नहीं करना, जो बाहर जाके उन्होंने लगता मैं मुर्द घाट विच रात की ड्यूटी कर रहा या इत्थे सफाई कर रहा, वो ठीक है काम, तो फिर इत्थे आखिर क्यों करन तो डरदा है? क्योंकि साडे च कमी है, असी कामां नूं नीवां ते उच्चा गिणन लग गए। बिल्कुल जी। जे उत्थे एक होटल सफाई करन वाला आराम नाल होटल दे मालिक वाले थां ते उसे ही टेबल ते बह के खा सकदा है, तो साडे क्यों इस तरीके के कूड़ा चुकण वाला है तो इनू नक मूँह सकोड़ के मिलांगे? क्यों बई, काम ही कर रहा, हक दी कमाई कर रहा है, ते पंजाब विच किरत करनी माड़ी कदों तो हो गई। बिल्कुल। सो साडी तां सोच ही तब्दील हो गई है कि असी बंदे दे कपड़े तो पछाण करदे हां, जे कपड़े माड़े ने तो फिर असी सोचते हैं बंदा ही ठीक नहीं है। बिल्कुल। यानी किरत करन नूं असी किरना करन लग गए। सो इस तो वड्डी होर की चीज़ हो सकती है कि असी किसी ही पास्यों सरबत दा भला असी भुल चुके, असी हुण सिर्फ अपना भला कल्ला मंगण तक ही है जी, अपने भले तक सीमित आ, मेरा मैं मेरा खानदान। जबकि सानू ये सिक्ख्या सी हौमे त्याग के जाओ, असी नहीं छड्डदे, असी हौमे दे विच उस गुरूर दे विच अपने आप नूं होर उतां ते उतां ही चुकदे आ, ते उतां चुकण दे खेत च कई बार हेठों जमीन बहुत उतां लंघ जांदी है, जमीन तो टुट जाने आ, फिर असी फनाह हो जाने आ। उत्थे सानू जाके जदों समझ आउंदी है कि एक खरबांपति भी बजुर्ग जदों इत्थे हस्पताल सरकारी चड्डियां रगड़दा उदों समझ आउंदी है उन्होंने बई मैं गलत तरीके कमाया सी, ते उसे ही तरीके पुत्तर धीआं हुण बैठे ने बाहरले मुल्कां च, मैं इत्थे हड्डियां रगड़दा, काश मैं ये ना कीता हुंदा तो हुण उस काश च कुछ बचिया भी नहीं। बिल्कुल। पर यही चीज़ां जे वेले सिर सानू समझ आ जाण तो जरूर असी तब्दीली लिया सकते हैं। पर बहुत भयानक चीज़ जे एक कंपनी ने अपनी दवाई नूं एक नशे दे वजों इस तरीके प्रमोट करना शुरू कर दिता होवे, जिहदी कि हुण जो खबरां राहीं पता लग रहा है कि खरबां दा कारोबार हर महीने हो रहा होवे। खबरां भी छप गईयां, कोई अन्ने तो नहीं लोग इत्थे बैठे, साडे बहुत सारे सिस्टम इत्थे चल रहे ने जिहड़े कहा जाता कि नशिਆਂ ਲਈ बहुत जोरदार इत्थे काम चल रहा, तो वो क्यों उन्होंने ये चीज़ां नहीं दिसदियां? बिल्कुल। तो इस पासे वाल ध्यान देने की लोड़ है। तो जे साडी किसी इहो ਜਿਹੇ सूझवान तक इहो जी वीडियो पहुँचे तो मेरा ख्याल है सब तो पहला तो स्ट्रिक्ट एक्शन ये होना चाहिए कि बिना डॉक्टर की पर्ची दे जिहदा रिकॉर्ड रखा गया होवे, ऑनलाइन उहदी चढ़ी होवे सारा कुछ, डेली का जो रिकॉर्ड सेल का पहुँचे उपर, इस तरीके की जब तक असी कंट्रोल नहीं करते, जे बाहरले मुल्कां च हो सकता असी भी कर सकते। बिल्कुल। सो सब तो पहला उस कंट्रोल ते बहुत अहम काम करन दी लोड़। बिल्कुल जी, बिल्कुल। सो बहुत बहुत धन्यवाद जी, तुसीं सानूं समां दित्ता। सो दोस्तों अज का भी विषय बड़ा अहम
ਕਿਉਂਕਿ ਸਭ ਆਪਾਂ ਨੂੰ ਪਤਾ ਹੀ ਹੈ, ਸਾਰੇ ਜਾਣਦੇ ਆ, ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਕਿ ਇਸ ਕੈਪਸੂਲ ਦੀ ਕਿੰਨੀ ਕੁ ਭਰਮਾਰ ਹੈ ਜਿਹੜੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਨੌਜਵਾਨ ਵਰਤ ਰਹੇ ਨੇ। ਤੇ ਆਓ ਪੰਜਾਬੀਓ ਜਾਗੀਏ, ਜੇ ਚਾਹੁੰਦੇ ਆ ਸਾਡੇ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਈਏ ਤੇ ਫਿਰ ਤਾਂ ਹੀ ਸੰਭਵ ਹੋ ਸਕਦਾ ਜੇ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਸਮਝਣਗੇ। ਨਹੀਂ ਤਾਂ ਫਿਰ ਸਾਡੇ ਉਹ ਗੁਰੂਆਂ ਦੀ ਧਰਤੀ, ਪੀਰਾਂ ਦੀ ਧਰਤੀ ਜਿੱਤੇ ਅਸੀਂ ਫਖਰ ਕਰਦੇ ਹਾਂ, ਮਾਣ ਕਰਦੇ ਹਾਂ, ਤੇ ਫਿਰ ਇਹ ਯੂਪੀ ਬਿਹਾਰ ਦੀ ਧਰਤੀ ਬਣਨ ਨੂੰ ਦੇਰ ਨਹੀਂ ਲੱਗਣੀ। ਆਓ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ, ਆਪਾਂ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ, ਹਰਾ ਭਰਾ ਬਣਾਈਏ। ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ 'ਤੇ ਗੱਲਬਾਤ ਕਰਾਂਗੇ। ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ। ਸਤਿ ਸ੍ਰੀ ਅਕਾਲ।